ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਜਿਹੜੀਆਂ ਕਨਸੋਹਾਂ ਪਹਿਲਾਂ ਆ ਰਹੀਆਂ ਸੀ, ਜਿਹੜੀਆਂ ਸਰਕਾਰ ਤੋਂ ਅੰਦਰੋਂ ਖਬਰਾਂ ਨਿਕਲ ਕੇ ਆ ਰਹੀਆਂ ਸੀ ਕਿ ਸਰਕਾਰ ਦੀ ਨਿਗਾਹ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸ਼ਾਮਲੜ ਜ਼ਮੀਨਾਂ ਤੇ ਹੈ, ਤੇ ਸਰਕਾਰ ਕਹਿੰਦੀ ਸੀ ਨਹੀਂ, ਤੇ ਉਹਦੇ ਵਿੱਚੋਂ ਇਹ ਗੱਲਾਂ ਨਿਕਲੀਆਂ ਕਿ ਸ਼ਾਮਲੜ ਜ਼ਮੀਨਾਂ ਨੂੰ ਕਬਜ਼ਾ ਕਰਨਾ ਹੈ, ਉਦਯੋਗਪਤੀਆਂ ਨੂੰ ਦੇਣਾ, ਉਦਯੋਗਿਕ ਘਰਾਣਿਆਂ ਨੂੰ ਦੇਣਾ, ਤੇ ਨਾਲ ਰੇਲਵੇ ਲਾਈਨ ਵਿਛਾਉਣੀ ਹੈ, ਤੇ ਪਿੰਡਾਂ ਦਾ ਵੀ ਵਪਾਰੀਕਰਨ ਹੋ ਜਾਣਾ। ਸੋ ਪਿੰਡਾਂ ਤੋਂ ਉਹਨਾਂ ਦੀ ਰਹਿੰਦੀ ਖੁੰਦੀ ਜ਼ਮੀਨ ਆਮਦਨ ਦੇ ਸਰੋਤ ਖੋਣ ਦੀ ਜਿਹੜੀ ਕਵਾਇਦ ਸੀ ਉਹ ਕੀ ਸ਼ੁਰੂ ਹੋ ਗਈ ਹੈ। ਚਾਹੇ ਉਹ ਮੱਤੇਵਾੜ ਦੇ ਜੰਗਲਾਂ ਦੀ ਗੱਲ ਹੋਵੇ ਤੇ ਚਾਹੇ ਪਿੰਡ ਸੇਖੋਵਾਲ ਦੀ ਜਾਂ ਕੁਝ ਹੋਰ ਪਿੰਡਾਂ ਦੀ ਘਟਨਾ ਹੋਵੇ। ਸੋ ਉਸ ਉੱਤੇ ਜਿੱਥੇ ਚਰਚਾ ਬਣਦੀ ਆ ਉੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਕਿ ਘੱਟ ਗਿਣਤੀ ਭਾਰਤ ਦੇ ਵਿੱਚ ਖਤਰੇ 'ਚ ਨੇ, ਮੁਸਲਮਾਨ ਭਾਈਚਾਰੇ ਤੋਂ ਲੈ ਕੇ ਦਲਿਤ ਤੇ ਸਿੱਖਾਂ ਤੱਕ ਨਿਸ਼ਾਨੇ 'ਤੇ ਨੇ, ਸਾਡੇ ਧਾਰਮਿਕ ਸਥਾਨ ਨਿਸ਼ਾਨੇ 'ਤੇ ਨੇ। ਜਥੇਦਾਰ ਸਾਹਿਬ ਦੇ ਬੋਲ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਨਾਲ ਸਿੱਧੇ ਟਕਰਾਅ ਦਾ ਕਾਰਨ ਬਣਨਗੇ? ਕੀ ਅਕਾਲੀ ਦਲ ਕੋਈ ਵੱਡਾ ਸਟੈਂਡ ਲੈ ਸਕਦਾ? ਕੀ ਅਕਾਲੀ ਦਲ ਦੀ ਬੋਲੀ ਬੋਲੇ ਨੇ ਜਥੇਦਾਰ, ਜਾਂ ਜਥੇਦਾਰ ਉਹਨਾਂ ਦੀ ਰੂਹ ਦੀ ਆਵਾਜ਼ ਹੈ? ਸੋ ਇਹ ਸਾਰੇ ਸਵਾਲ ਚਰਚਾ 'ਚ ਨੇ, ਤੇ ਇਹਨਾਂ ਮਸਲਿਆਂ 'ਤੇ ਚਰਚਾ ਕਰਨ ਲਈ ਮਾਹਰ ਮਹਿਮਾਨ ਸੀਨੀਅਰ ਸਾਡੇ ਸਾਥੀ ਸਮਾਜ ਸੇਵੀ ਉੱਘੇ ਵਿਦਵਾਨ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਉਹਨਾਂ ਦੇ ਇਸ ਮਸਲਿਆਂ ਬਾਰੇ ਰਾਏ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਮੈਂ ਗੱਲ ਜਥੇਦਾਰ ਸਾਹਿਬ ਦੇ ਬਿਆਨ ਤੋਂ ਸ਼ੁਰੂ ਕਰਨਾ ਚਾਹੁੰਦਾ। ਲਗਭਗ ਜਦ ਤੋਂ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਆਈ ਹੈ, ਜਦ ਤੋਂ ਭਾਰਤ 'ਚ ਇਹ ਆਵਾਜ਼ ਚੱਲਣ ਲੱਗੀ ਹੈ ਕਿ ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਟੈਕਸ, ਇੱਕ ਬੋਲੀ, ਸਾਰਾ ਕੁਝ ਇੱਕੋ ਮਤਲਬ ਕਿ ਰੱਸੇ ਨਾਲ ਬੰਨ੍ਹਣ ਦੀ ਕਵਾਇਦ ਹੈ, ਕਿ ਉਹ ਹਿੰਦੂ ਰਾਸ਼ਟਰ ਵੱਲ ਬਣਾਉਣ ਦੀ ਕਵਾਇਦ ਸੀ। ਤੇ ਉਹਦੇ ਵਿੱਚੋਂ ਬਹੁਤ ਲੰਬੇ ਅਰਸੇ ਬਾਅਦ ਤੁਹਾਨੂੰ ਲੱਗਦਾ ਜਥੇਦਾਰ ਸਾਹਿਬ ਬੋਲੇ, ਜਿਹੜੀ ਬੋਲੀ ਉਹਨਾਂ ਨੂੰ ਬਹੁਤ ਪਹਿਲਾਂ ਬੋਲਣੀ ਚਾਹੀਦੀ ਸੀ ਕਿ ਉਹ ਦੇਰ ਨਾਲ ਬੋਲੇ। ਤੇ ਦੂਜਾ ਕੀ ਹੈ, ਉਹਨਾਂ ਦੀ ਆਪਣੀ ਬੋਲੀ ਹੈ, ਉਹਨਾਂ ਦੀ ਰੂਹ ਦੀ ਆਵਾਜ਼ ਹੈ, ਜਾਂ ਉਹਨਾਂ ਤੋਂ ਕਹਿਲਾਇਆ ਗਿਆ ਬਾਇਆ ਅਕਾਲੀ ਦਲ। ਇਹ ਦੋਵੇਂ ਗੱਲਾਂ ਦੇ ਬਾਰੇ ਤੇ ਲਗਾਤਾਰ ਦੀਪਕ ਜੀ ਲੋਕ ਚਰਚਾ ਕਰਦੇ ਰਹਿਣਗੇ, ਕਿਉਂਕਿ ਅੰਦਰੂਨੀ ਕੀ ਗੱਲ ਹੈ ਉਹ ਤੇ ਨਹੀਂ ਪਤਾ ਲੱਗਦਾ। ਪਰ ਇਹ ਗੱਲ ਕਹਿਣਾ ਕਿ ਇੰਨੀ ਦੇਰ ਨਾਲ ਬੋਲੇ ਤੇ ਪਹਿਲੀ ਵਾਰੀ ਬੋਲੇ, ਇਹ ਠੀਕ ਨਹੀਂ ਹੈ। ਮੈਨੂੰ ਅਜੇ ਵੀ ਯਾਦ ਆ ਕਿ ਕਰਤਾਰਪੁਰ ਦੀ ਧਰਤੀ ਤੋਂ ਜਾ ਕੇ ਕਸ਼ਮੀਰ ਦੇ ਹੱਕ 'ਚ ਬਿਆਨ ਦੇਣਾ ਔਰ ਮੁੜ ਕੇ ਇੰਡੀਆ 'ਚ ਰਹਿਣਾ, ਇਹ ਛੋਟੀ ਗੱਲ ਨਹੀਂ ਸੀ। ਬਿਲਕੁਲ ਬਿਲਕੁਲ। ਔਰ ਉਹਨਾਂ ਨੇ ਉਦੋਂ ਵੀ ਘੱਟ ਗਿਣਤੀਆਂ ਦੇ ਹੱਕ 'ਚ ਬੋਲੇ ਸੀ। ਧਾਰਾ 370 ਦੀ ਵਿਰੋਧਤਾ ਆਪਣੇ ਢੰਗ ਨਾਲ ਉਹਨਾਂ ਨੇ ਕੀਤੀ ਆ, ਜਦ ਕਿ ਅਕਾਲੀ ਦਲ ਨੇ ਧਾਰਾ 370 ਦੀ ਹੱਕ 'ਚ ਵੋਟ ਪਾਈ ਆ। ਇਸ ਕਰਕੇ ਇੱਕ ਤੇ ਇਹ ਗੱਲ, ਦੂਜੀ ਇਸੇ ਤਰੀਕੇ ਨਾਲ ਜਿਹੜਾ ਸਾਡਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀਗਾ, ਉਹਦੇ ਵੀ ਹੱਕ ਵਿੱਚ ਇਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਮਤਲਬ ਹੱਕ ਦਾ ਮਤਲਬ ਇਹ ਨਹੀਂ ਕਿ ਉਹਨੂੰ ਲਾਗੂ ਹੋਣਾ ਚਾਹੀਦਾ, ਕਿ ਜਿਹੜੇ ਲੋਕ ਗੱਲ ਕਹਿ ਰਹੇ ਸੀ, ਜਿਹੜੇ ਲੋਕ ਗੱਲ ਕਹਿ ਰਹੇ ਸੀਗੇ ਕਿ ਇਹ ਡਿਸਕ੍ਰਿਮੀਨੇਟਰੀ ਹੈਗਾ, ਇਹ ਘੱਟ ਗਿਣਤੀਆਂ ਦੀ ਵਿਰੋਧਤਾ ਦੇ ਵਿੱਚ ਹੈਗਾ, ਉਹਨਾਂ ਨੂੰ ਮੁਸਲਮਾਨ ਘੱਟ ਗਿਣਤੀਆਂ ਨੂੰ ਬਾਹਰ ਕਰਦਾ, ਇਸ ਕਿਸਮ ਦਾ ਇਹਨਾਂ ਨੇ ਉਦੋਂ ਵੀ ਬਿਆਨ ਦਿੱਤੇ ਸੀ। ਮੈਨੂੰ ਇਹ ਲੱਗਦਾ ਕਿ ਸਿੱਖਾਂ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ, ਇੱਕ ਧਾਰਮਿਕ ਲੀਡਰਸ਼ਿਪ ਦੇ ਤੌਰ ਤੇ ਇਹ ਬੜੀ ਦੇਰ ਬਾਅਦ ਇੱਕ ਇਹੋ ਜਿਹਾ ਜਥੇਦਾਰ ਮਿਲਿਆ ਕਿ ਉਹ ਆਪਣੀਆਂ ਲਿਮਿਟੇਸ਼ਨਸ ਹੋਣ ਦੇ ਬਾਵਜੂਦ, ਜਿਸ ਤਰ੍ਹਾਂ ਤੁਸੀਂ ਸ਼ੱਕ ਪ੍ਰਗਟ ਕੀਤਾ ਕਿ ਕੀ ਇਹ ਅਕਾਲੀ ਦਲ ਕਰਵਾ ਰਿਹਾ ਜਾਂ ਇਹ ਕੋਈ ਹੋਰ ਮਤਲਬ ਪਿੱਛੇ ਹੋ ਰਿਹਾ, ਆਪਣੀ ਰੂਹ ਦੀ ਗੱਲ ਹੈਗੀ ਹੈ, ਰੂਹ ਦੀ ਗੱਲ ਲੱਗਦੀ ਹੈ। ਮੈਨੂੰ ਲੱਗਦਾ ਕਿ ਜ਼ਿਆਦਾ ਤੇ ਰੂਹ ਦੀ ਗੱਲ ਹੋਊਗੀ, ਨਹੀਂ ਤੇ ਹੋਰ ਵੀ ਜਥੇਦਾਰ ਬਹੁਤ ਆਏ ਆ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਆਫਟਰ ਆਲ ਉਹਨਾਂ ਦਾ ਹੀ ਤੇ ਪ੍ਰੋਗਰਾਮ ਇਹ ਬੋਲ ਰਹੇ ਆ, ਜਿਹੜੇ ਅਕਾਲੀ ਦਲ ਨੂੰ ਬੋਲਣਾ ਚਾਹੀਦਾ, ਜਿਹੜਾ ਅਕਾਲੀ ਦਲ ਨਹੀਂ ਬੋਲ ਰਹੇ, ਇਹ ਜਥੇਦਾਰ ਬੋਲ ਰਹੇ ਆ। ਤੇ ਇਹ ਗੱਲ ਵੀ ਚਰਚਾ 'ਚ ਚੱਲਦੀ ਹੈ ਵੀ ਕੀ ਸੁਖਬੀਰ ਬਾਦਲ, ਜੋ ਆਪ ਨਹੀਂ ਕਹਿ ਪਾਉਂਦੇ, ਜੋ ਆਪ ਨਹੀਂ ਪਾਰਟੀ ਦੇ ਪਲੇਟਫਾਰਮ ਤੋਂ ਕਹਿ ਸਕਦੇ, ਉਹ ਹੁਣ ਅਕਾਲ ਤਖਤ ਦੇ ਜਥੇਦਾਰ ਨਹੀਂ ਕਲਾ ਰਹੇ ਆ। ਇਸ ਕਿਸਮ ਦੀ ਵੀ ਲੋਕਾਂ ਦੇ ਵਿੱਚ ਕਵਾਇਦ ਚੱਲਦੀ ਹੈ। ਪਰ ਮੈਨੂੰ ਲੱਗਦਾ ਕਿ ਪਿੱਛੇ ਕੀ ਹੁੰਦਾ ਉਹਦਾ ਕੋਈ ਇੰਪੋਰਟੈਂਟ ਨਹੀਂ ਹੈ, ਸਾਡੇ ਪਰਦੇ ਦੇ ਪਿੱਛੇ ਕੀ ਹੈਗਾ। ਇੱਕ ਗੱਲ ਬੜੀ ਸਾਫ਼ ਹੈ ਕਿ ਜਥੇਦਾਰ ਸਾਹਿਬ ਨੇ ਘੱਟ ਗਿਣਤੀਆਂ ਦੇ ਹੱਕ 'ਚ, ਦਲਿਤਾਂ ਦੇ ਹੱਕ 'ਚ, ਔਰਤਾਂ ਦੇ ਹੱਕ 'ਚ, ਕਿਸੇ ਵੀ ਘੱਟ ਗਿਣਤੀਆਂ ਵਿੱਚ ਮੁਸਲਮਾਨ ਵੀ ਆਉਂਦੇ ਆ, ਬੜਾ ਹੀ ਅਹਿਮ ਭੂਮਿਕਾ ਨਿਭਾਈ ਹੈ। ਮੇਰਾ ਖਿਆਲ ਹੈ ਕਿ ਸਿੱਖ ਸਮੁਦਾਇ ਦਾ ਇਹਨਾਂ ਨੇ ਸਿਰ ਅਜੇ ਤੱਕ ਉੱਚਾ ਰੱਖਿਆ। ਔਰ ਲੇਟੈਸਟ ਜਿਹੜਾ ਬਿਆਨ ਹੁਣ ਦਿੱਤਾ ਉਹ ਬੜਾ ਠੋਕ ਕੇ ਉਹਨਾਂ ਨੇ ਕਿਹਾ ਕਿ ਜਿਹੜੇ ਘੱਟ ਗਿਣਤੀਆਂ ਉਹਨਾਂ ਨੂੰ ਸਰੀਰਕ ਤੌਰ ਤੇ ਤੰਗ ਕੀਤਾ ਜਾ ਰਿਹਾ, ਉਹਨਾਂ ਨੂੰ ਮਾਨਸਿਕ ਤੌਰ ਤੇ ਤੰਗ ਕੀਤਾ ਜਾ ਰਿਹਾ। ਇਹਦਾ ਮਤਲਬ ਕੀ ਹੈ ਕਿ ਜਿਹੜੇ ਬੱਚਿਆਂ ਨੂੰ ਫੜਿਆ ਜਾ ਰਿਹਾ, 16 ਬੱਚੇ ਪੰਜਾਬ ਚੋਂ ਫੜੇ ਆ ਰੈਫਰੈਂਡਮ 2020 ਦੇ ਨਾਂ ਦੇ ਉੱਤੇ, ਕਿ ਇਹਨਾਂ ਦੇ ਜੀ ਕੋਈ ਕਨੈਕਸ਼ਨ ਆ, ਕੋਈ ਲਿਟਰੇਚਰ ਆ, ਕੋਈ ਕੁਛ ਆ, ਕੋਈ ਕੁਛ ਆ, ਇਹ ਗੱਲਾਂ ਕਰਕੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਸਾਫ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਕੁੱਟਮਾਰ ਵੀ ਹੋਊਗੀ, ਹੋਰ ਕਿਸਮ ਦਾ ਵੀ ਹੋਊਗਾ। ਇਸ ਕਰਕੇ ਮੇਰਾ ਖਿਆਲ ਹੈ ਦੀਪਕ ਜੀ, ਜਿਹੜਾ ਇਹ ਕਹਿਣਾ ਜਥੇਦਾਰ ਵੱਲੋਂ ਬੜਾ ਹੀ ਬਹੁਤ ਹੀ ਅਹਿਮੀਅਤ ਰੱਖਦਾ। ਔਰ ਘੱਟ ਗਿਣਤੀਆਂ ਦਾ ਵੀ ਗਿਆ। ਅੱਜ ਦਲ ਖਾਲਸਾ ਵੱਲੋਂ ਜਿਹੜੇ ਉਹਨਾਂ ਦੇ ਕੰਵਰਪਾਲ ਸਿੰਘ ਹੈਗੇ ਆ,
ਉਹਨਾਂ ਨੇ ਬਿਆਨ ਦਿੱਤਾ। ਦੇਖੋ ਜੀ, ਹੁਣ ਇਹ ਗੱਲ ਤੇ ਕਹਿ ਹੀ ਦਿੱਤੀ, ਇੱਕ ਚਿੱਠੀ ਵੀ ਦਿੱਲੀ ਨੂੰ ਕੱਢ ਦਿਓ। ਮੇਰਾ ਖਿਆਲ ਇਹ ਥੋੜਾ ਜਿਹਾ ਉਹਨਾਂ ਨੂੰ ਅੰਬੈਰਸ ਤੇ ਕਾਰਨਰ ਕਰਨ ਵਾਲੀ ਗੱਲ, ਇਹ ਰਾਜਨੀਤਿਕ ਸ਼ਰਾਰਤੀ ਬਿਆਨ ਹੈ। ਪਰ ਮੈਂ ਇੱਥੇ ਵੀ ਕਹੂੰਗਾ, ਜਦੋਂ ਮੀਡੀਆ ਜਾ ਕੇ ਖੁੱਲ ਕੇ ਬੋਲੇ ਤਾਂ ਵੱਡਾ ਹੋਰ ਕੀ ਹੁੰਦਾ। ਬਿਲਕੁਲ, ਮੈਂ ਇਹੀ ਕਹਿੰਦਾ ਵੀ ਉਹ ਤੇ ਹੁਣ ਮੋਦੀ ਜੀ ਵੀ ਪੜ੍ਹਨਗੇ, ਪ੍ਰਧਾਨ ਮੰਤਰੀ ਵੀ ਪੜ੍ਹਨਗੇ, ਜਿਹਨੇ ਵੀ ਪੜ੍ਹਨਾ ਉਹ ਪੜ੍ਹਨਗੇ। ਪਰ ਮੇਰਾ ਇਹ ਕਹਿਣਾ ਹੈ ਕਿ ਇਸ ਗੱਲ ਦਾ ਸਗੋਂ ਕਹਿਣ ਨਾਲ ਚਾਹੀਦਾ ਇਹ ਹੈ ਕਿ ਇਹੋ ਜਿਹੇ ਦਲ ਖਾਲਸਾ ਵਾਲੇ ਸੱਜਣ ਜਾਂ ਹੋਰ ਜਿਹੜੀਆਂ ਵੀ NGO, ਜਿਹੜੇ ਵੀ ਸਿੱਖ ਸਮੁਦਾਇ ਦੇ ਜਾਂ ਸਿੱਖ ਵਿਚਾਰ ਦੇ ਉਹਨਾਂ ਦੇ ਨਾਲ ਜੁੜੇ ਹੋਏ ਆ, ਉਸ ਦੇ ਪਹਿਰੇਦਾਰ ਹੈਗੇ ਆ, ਉਸ ਨੂੰ ਅੱਗੇ ਪੁੱਛ ਕਰਨ ਵਾਲੇ ਆ, ਉਹਨਾਂ ਨੂੰ ਜਥੇਦਾਰ ਦੇ ਨਾਲ ਖੜੇ ਹੋਣਾ ਚਾਹੀਦਾ, ਨਾ ਕਿ ਉਹਦੇ ਤੇ ਥੋੜੀ ਜਿਹੀ ਰਾਜਨੀਤੀ ਕਰਨੀ ਚਾਹੀਦੀ ਹੈ। ਇਸ ਮਸਲੇ ਦੇ ਧਿਰ ਬਣ ਕੇ ਖੜਨ ਦੀ ਬਜਾਏ ਨਾਲ ਖੜਨਾ ਚਾਹੀਦਾ। ਬਿਲਕੁਲ। ਤੇ ਦੂਸਰੀ ਗੱਲ, ਕੱਲ ਇੱਕ ਬੜੀ ਅਫਸੋਸ ਦੀ ਗੱਲ ਹੈ, ਵੈਸੇ ਸਿੱਧੀ ਰੈਲੇਵੈਂਟ ਨਹੀਂ ਹੈ, ਉਹ ਸੀ ਰਵਨੀਤ ਬਿੱਟੂ ਹੁਣੀ, ਜੋ ਉਹਨਾਂ ਨੇ ਹਮੇਸ਼ਾ ਜੋ ਜੂਨ ਦੇ ਪਹਿਲੇ ਹਫ਼ਤੇ ਵੀ ਜਦੋਂ ਆਉਂਦਾ ਸਾਰਾ ਉਹਨਾਂ ਦੀ ਬਰਸੀ ਆਉਂਦੀ, ਔਰ ਉਹਨਾਂ ਦੇ ਇਸ ਬਿਆਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ MP ਤੁਹਾਨੂੰ ਪਤਾ ਲੁਧਿਆਣੇ ਤੋਂ ਬਿੱਟੂ ਜਿਹੜੇ ਕਾਂਗਰਸ ਦੇ MP ਆ, ਹਾਂਜੀ, ਬਿਆਨ ਸਿੰਘ ਦੇ, ਠੀਕ ਹੈ, ਉਹਨਾਂ ਦੇ ਨਿੱਜੀ ਬਾਬੇ ਦੇ ਮਤਲਬ ਸਾਰਾ ਕਤਲ ਹੋਇਆ ਸਾਰਾ, ਪਰ ਉਹਨੂੰ ਤੁਸੀਂ ਇੱਕ ਰਾਜਨੀਤਿਕ, ਤੁਸੀਂ ਕਾਂਗਰਸ ਦੇ ਪਲੇਟਫਾਰਮ ਤੋਂ, ਤੁਸੀਂ ਕਾਂਗਰਸ ਦੇ ਨੁਮਾਇੰਦੇ, ਅਜੇ ਤੱਕ ਤੁਹਾਨੂੰ ਕੁਝ ਲੱਗੀ ਨਹੀਂ ਹੈਗੇ। ਜੋ ਇੰਨੇ ਕੁਝ ਬਲੱਡ ਛੱਡ ਸਾਰਾ ਸਿੱਖਾਂ ਦਾ ਹੋਇਆ ਦਿੱਲੀ ਦੇ ਵਿੱਚ, ਔਰ ਉਹ ਰਾਜੀਵ ਗਾਂਧੀ ਨੇ ਅਜੇ ਤੱਕ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਣਾ ਹੁਣ ਤੁਸੀਂ। ਇਸ ਕਰਕੇ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਦਾ ਜਿਹੜਾ ਵੀ ਬਿਆਨ ਸੀਗਾ ਉਹ ਬਹੁਤ ਹੀ ਅਫਸੋਸਨਾਕ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਜੀ, ਇਹ ਤੇ ਹੁਣ ਦੁਬਾਰਾ ਇੱਥੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ। ਦੇਖੋ ਜੀ, ਮੈਂ ਤੇ ਉਸ ਅਕਾਲ ਤਖਤ ਦੇ ਜਥੇਦਾਰ ਨਾਲ ਕੁਛ ਲੈਣਾ ਦੇਣਾ ਨਹੀਂ ਹੈ, ਇਹੋ ਜਿਹੀਆਂ ਗੱਲਾਂ ਕਰੀਆਂ। ਮੈਨੂੰ ਤਾਂ ਜਥੇਦਾਰ ਸਾਹਿਬ ਦੇ ਬਿਆਨ 'ਚ ਕੋਈ ਗਲਤ ਨਹੀਂ ਲੱਗਿਆ। ਨਹੀਂ, ਉਹ ਕਹਿੰਦੇ ਜੇ ਹੱਕ ਸੱਚ ਲਈ ਨਹੀਂ ਬੋਲਣਾ ਇਸ ਐਡੇ ਵੱਡੇ ਬੰਦਿਆਂ ਨੇ, ਫਿਰ ਹੋਰ ਕਿਹਨੇ ਬੋਲਣਾ। ਨਿੱਜੀ ਦਰਦ ਨੂੰ ਉਹ ਸਾਰੀ ਦੁਨੀਆ ਦਾ ਦਰਦ ਬਣਾ ਕੇ ਦੱਸ ਰਹੇ ਆ, ਸਿੱਖ ਸਮੁਦਾਇ ਦਾ। ਬਿੱਟੂ ਇਹ 'ਚ ਰਾਜਨੀਤੀ ਕਰ ਰਿਹਾ? ਨਹੀਂ, ਬਿਲਕੁਲ ਰਾਜਨੀਤੀ ਕਰ ਰਿਹਾ। ਉਹਨੇ ਕੀ ਕਿਹਾ ਆ, ਕਹਿੰਦੇ ਕਿ ਮੈਂ ਅਕਾਲ ਤਖਤ ਦੇ ਜਥੇਦਾਰ ਨੂੰ ਉਹਨਾਂ ਨੂੰ ਮੰਨਦਾ ਹੀ ਨਹੀਂ। ਮਤਲਬ ਇਸ ਕਿਸਮ ਦੀ ਜਿਹੜੀ ਭਾਸ਼ਾ ਉਹਨਾਂ ਦੀ ਹੈ, ਮੰਨਦਾ ਇਸ ਕਰਕੇ ਨਹੀਂ ਕਿਉਂਕਿ ਜਿਨ੍ਹਾਂ ਲੋਕਾਂ ਨੇ ਬਿਆਨ ਸਿੰਘ ਦੇ ਜਿਹੜੇ ਮੁਜਰਮ ਜਿਨ੍ਹਾਂ ਨੂੰ ਕਰਾਰ ਦਿੱਤਾ, ਯਾਨੀ ਕੋਰਟਾਂ ਨੇ ਦਿੱਤਾ ਜਾਂ ਹੋ ਰਿਹਾ, ਸਾਰੇ ਉਹੋ ਜਿਹੇ ਬੰਦੇ ਜਿਹੜੇ ਉਹਨਾਂ ਨੂੰ ਉੱਥੇ ਸਰੋਪੇ, ਉਹਨਾਂ ਦੇ ਪਰਿਵਾਰਾਂ ਨੂੰ ਸ਼ਹੀਦਾਂ ਦਾ ਪਰਿਵਾਰ ਕਹਿੰਦੇ ਆ, ਜੇ ਉਹਨਾਂ ਨੂੰ ਸ਼ਹੀਦਾਂ ਦੇ ਕਹਿੰਦੇ, ਫਿਰ ਕਾਤਲ ਕੌਣ? ਬਿੱਟੂ ਇਹ ਕਹਿੰਦਾ। ਇਸ ਕਰਕੇ ਮੈਂ ਤੇ ਇਸ ਜਿਹੜੀ ਸੰਸਥਾ ਆ ਜਾਂ ਇਸ ਦੀ ਅਹਿਮ ਅਕਾਲ ਤਖਤ ਦੇ, ਬਿਲਕੁਲ ਮੈਨੂੰ ਲੱਗਦਾ ਕਿ ਬਹੁਤ ਹੀ ਗਲਤ ਕਿਸਮ ਦੀ ਬਿਆਨਬਾਜ਼ੀ ਹੈਗੀ ਆ, ਉਹਨਾਂ ਨੂੰ ਇਹ ਬੰਦ ਕਰਨਾ ਚਾਹੀਦਾ। ਉਹ ਬਾਰ-ਬਾਰ ਇਹੋ ਜਿਹੇ ਬਿਆਨ ਦਿੰਦੇ ਹੈ। ਮੈਂ ਕੋਈ ਨਿੱਜੀ ਤੌਰ ਤੇ ਨਹੀਂ ਕਰ ਰਿਹਾ, ਕਾਂਗਰਸ ਨੂੰ ਖੁਦ ਇਸ ਗੱਲ ਦਾ ਸੰਗਿਆਨ ਲੈ ਕੇ ਉਹਨੂੰ ਸੈਂਸਰ ਕਰਨਾ ਚਾਹੀਦਾ, ਔਰ ਉਸ ਦੀ ਇਹ ਬਾਰ-ਬਾਰ ਇਹੋ ਜਿਹੀ ਗੱਲ ਕਹਿਣੀ ਬੰਦ ਕਰਨੀ ਚਾਹੀਦੀ। ਉਹ ਕਰਦਾ ਕਿਉਂ? ਮੈਂ ਵੀ ਬੜਾ ਸਾਫ਼ ਹੈ, ਕਿਉਂਕਿ ਹਿੰਦੂ ਮੈਜੋਰਿਟੀ ਲੁਧਿਆਣਾ ਕਾਂਸਟੀਚੁਐਂਸੀ ਹੈਗੀ ਹੈ, ਕਾਫੀ, ਜੇ ਮੈਜੋਰਿਟੀ ਨਹੀਂ ਤੇ ਕਾਫੀ ਵੱਡੀ ਗਿਣਤੀ 'ਚ, ਉਹਨਾਂ ਨੂੰ ਖੁਸ਼ ਕਰਨ ਲਈ ਇਹੋ ਜਿਹੀਆਂ ਬਾਰ-ਬਾਰ ਗੱਲਾਂ ਕਰਦੇ ਆ। ਜਦੋਂ ਕਿ ਪੰਜਾਬ 'ਚ ਹੁਣ ਇਹੋ ਜਿਹਾ ਕੋਈ ਮਸਲਾ ਤਾਂ ਹੈ ਹੀ ਨਹੀਂ। ਬਿਲਕੁਲ ਨਹੀਂ ਹੈ, ਪਰ ਤੁਸੀਂ ਨਹੀਂ, ਮੈਂ ਕਹਿੰਦਾ ਹੋਵੇ ਜਾਂ ਨਾ ਹੋਵੇ, ਇੱਕ ਸੰਸਥਾ ਹੈਗੀ ਆ। ਸਾਡੇ ਕੋਲ ਹੋਰ ਤੇ ਕੋਈ ਸੰਸਥਾ ਹੈ ਨਹੀਂ, ਪੰਜਾਬੀਆਂ ਕੋਲ ਕਹੋ ਜਾਂ ਤੁਸੀਂ ਸਿੱਖਾਂ ਕੋਲ, ਕੋਈ ਇੱਕ ਸੰਸਥਾ ਹੈਗੀ ਹੈ। ਉਸ ਸੰਸਥਾ ਦਾ ਇੱਕ ਸਿੰਬੋਲਿਕ ਹੈੱਡ ਹੈਗੇ ਆ, ਜਿਹੜੇ ਉਹ ਕੱਲ ਨੂੰ ਅੱਜ ਇਹ ਹੈਗੇ ਆ, ਕੱਲ ਨੂੰ ਕੋਈ ਦੂਸਰਾ ਵੀ ਹੋ ਸਕਦਾ ਹੈ। ਤੁਸੀਂ ਉਹਨਾਂ ਬਾਰੇ ਇਹੋ ਜਿਹੇ ਸ਼ਬਦ ਵਰਤਣੇ, ਤੁਸੀਂ ਆਪ ਕੀ ਆ? ਇੱਕ MP ਆ, MP ਤੋਂ ਲੱਭਾ ਤੁਸੀਂ ਕੀ ਰੱਖਦੇ ਇੱਥੇ? ਬਹੁਤ ਦੁਨੀਆ ਦੇ ਵੱਡੇ ਪਰਦਾਰ ਕਰਦੇ ਆ ਕਿ ਤੁਸੀਂ ਕਿਸੇ ਨੂੰ ਵੀ ਉੱਤੇ ਵੀ ਇਹੋ ਜਿਹੇ ਚਿੱਕੜ ਸੁੱਟਦੇ ਆ। ਇਸ ਕਰਕੇ ਮੇਰਾ ਖਿਆਲ ਹੈ ਕਿ ਇਸ ਬਿਆਨ ਦੇ ਉੱਤੇ ਇਹੋ ਜਿਹੇ ਬੰਦਿਆਂ ਨੂੰ ਰਾਦਰ, ਜੇ ਤੁਸੀਂ ਕੁਝ ਸਿੱਖਿਆ ਪੁਰਾਣੀਆਂ ਗਲਤੀਆਂ ਤੋਂ, ਬਾਰ-ਬਾਰ ਮਾਫੀਆਂ ਮੰਗਦੇ ਆ। ਕਾਂਗਰਸੀ ਸਾਰੇ ਬੁਲਾਰੇ ਕਹਿੰਦੇ ਆ ਕਿ ਸਾਡੇ ਤੇ ਧੱਬਾ ਆ, ਕਾਲਾ ਧੱਬਾ 1984 ਵਾਲਾ, ਜਿਹੜਾ ਕਦੀ ਮਿਟਿਆ ਨਹੀਂ ਸਕਦਾ, ਜਦੋਂ ਖੁਦ ਮੰਨਦੇ ਆ। ਪਰ ਤੁਸੀਂ ਉਸ ਧੱਬੇ ਦੇ ਉੱਤੇ ਹੋਰ ਕਾਲਖਤ ਨਾ ਪੁੱਤੋ। ਘੱਟੋ ਘੱਟ ਤੁਸੀਂ ਜੇ ਕੁਝ ਚੰਗੀ ਗੱਲ ਆ ਰਹੀ ਹੈ ਤਾਂ ਉਹਦੇ ਨਾਲ ਖੜੇ ਹੋ ਕੇ ਉਸ ਗੱਲ ਨੂੰ ਥੋੜਾ ਜਿਹਾ ਭੁਲਾਉਣ ਦੀ ਕੋਸ਼ਿਸ਼। ਸਰ ਮਨਜੀਤ ਸਿੰਘ ਜੀ, ਪਰ ਮੈਂ ਹੁਣ ਜਥੇਦਾਰ ਸਾਹਿਬ ਵਾਲੇ ਬਿਆਨ ਤੇ ਦੁਬਾਰਾ ਆਉਣਾ ਚਾਹੁੰਦਾ, ਜਿਹੜਾ ਉਹਨਾਂ ਨੇ ਚਿੰਤਾ ਪ੍ਰਗਟਾਈ ਘੱਟ ਗਿਣਤੀਆਂ ਨੂੰ ਲੈ ਕੇ, ਉਹ ਚਾਹੇ ਤੁਸੀਂ ਪੰਜਾਬ ਵਾਲੇ ਮਸਲੇ ਨਾਲ ਜੋੜ ਲਈਏ, ਚਾਹੇ ਆਪਾਂ ਜੰਮੂ ਕਸ਼ਮੀਰ ਵਾਲੀ ਘਟਨਾ ਨਾਲ ਜੋੜ ਲਈਏ, ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਕਿ ਨਾਗਰਿਕਤਾ ਸੋਧ ਬਿੱਲ ਦੇ ਹਵਾਲੇ ਨਾਲ ਜੋ ਕੁਛ ਹੋ ਰਿਹਾ, ਕਿ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਸਿੱਖ ਭਾਈਚਾਰਾ ਫਿਰ ਮੂਵਮੈਂਟ ਦੇ ਰੂਪ 'ਚ ਸਾਹਮਣੇ ਆ ਸਕਦਾ, ਇੱਕ ਫਿਰ ਦੇਸ਼ ਦੇ ਮੂਹਰੇ ਇੱਕ ਚੁਣੌਤੀ ਦੇ ਰੂਪ 'ਚ ਖੜਾ ਹੋ ਸਕਦਾ ਕਿ ਹਾਂ ਅਸੀਂ ਸੱਚ ਲਈ ਖੜੇ ਹਾਂ, ਅਸੀਂ ਹੱਕ ਲਈ ਖੜੇ ਹਾਂ? ਕੀ ਲੱਗਦਾ ਕਿ ਜਥੇਦਾਰ ਸਾਹਿਬ ਦੇ ਬਿਆਨ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੂੰ ਆਪਣੀ ਨੀਤੀ ਤੇ ਸੋਚਣਾ ਪਏਗਾ ਕਿ ਕੀ ਅਸੀਂ ਗਲਤ ਰਾਹ ਤਾਂ ਨਹੀਂ ਚੱਲ ਰਹੇ? ਦੇਖੋ, ਮੇਰਾ ਇੱਕ ਇਹਦੇ ਬਾਰੇ ਬੜਾ ਕੰਸੀਡਰਡ ਓਪੀਨੀਅਨ ਇਹ ਹੈਗੀ ਆ ਕਿ ਦਿੱਲੀ ਵਿੱਚ ਸਰਕਾਰ ਕੋਈ ਵੀ ਆਏ, ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ
ਇੱਕ ਖਾਸ ਪਾਲਿਸੀ ਰਹੀ ਆ ਉਹ ਜੰਮੂ ਕਸ਼ਮੀਰ ਬਾਰੇ ਵੀ, ਸਾਡੀ ਇੰਡੀਪੈਂਡੈਂਟ ਇੰਡੀਆ 'ਚ ਤੇ ਰਹੀ ਆ ਉਦੋਂ ਪਹਿਲਾਂ, ਜੇ ਛੱਡ ਵੀ ਦਿਓ। ਪਰ ਪੰਜਾਬ ਬਾਰੇ ਤੇ ਸਾਰਿਆਂ ਦੀ, ਉਹ ਗੋਰਿਆਂ ਦੀ ਵੀ ਤੇ ਇਹਨਾਂ ਕਾਲਿਆਂ ਦੀ ਵੀ, ਇਹ ਪਾਲਿਸੀ ਇਹ ਹੈ ਕਿ ਇਹ ਇੱਕ ਕੌਮ ਇੱਥੇ ਇਹੋ ਜਿਹੀ ਹੈ ਜਿਹੜੀ ਛੇਤੀ ਛੇਤੀ ਦੱਬਦੀ ਨਹੀਂ ਔਰ ਬਹੁਤੇ ਵਲ ਫੇਰ ਜਾਣਦੇ ਨਹੀਂ, ਸਿੱਧੀ ਠਾਹ ਗੱਲ ਕਰਦੇ ਆ ਔਰ ਪਤਾ ਨਹੀਂ ਜੇ ਕਿਤੇ ਆਕੜ ਗਏ ਤੇ ਫਿਰ ਇਹਨਾਂ ਨੂੰ ਸਾਂਭਣਾ ਔਖਾ ਹੋਊਗਾ। ਔਰ ਉਹ ਬਾਰ-ਬਾਰ ਹੁੰਦਾ। ਕਿੰਨੀਆਂ ਆਜ਼ਾਦੀ ਵੇਲੇ ਸ਼ਹੀਦੀਆਂ ਪਾਈਆਂ, ਇੱਥੇ ਬੱਬਰ ਕਾਲੀ ਮੂਵਮੈਂਟ, ਇੱਥੇ ਗਦਰਾਈਟਸ, ਇੱਥੇ ਸਰਾਭਾ, ਇੱਥੇ ਭਗਤ ਸਿੰਘ, ਇੱਥੇ ਹੋਰ ਕਿੰਨੇ ਜਾਣੀ ਬਾਗੀ ਬੰਦੇ, ਇਹ ਸਾਰਾ ਚੱਲਦਾ ਰਿਹਾ। ਔਰ ਉਦੋਂ ਬਾਅਦ ਵੀ ਪੰਜਾਬ ਦੇ ਖੂਨ 'ਚ ਲੈਫਟ ਮੂਵਮੈਂਟਾਂ, ਅਕਾਲੀਆਂ ਦੇ ਮੋਰਚੇ, ਕਿੰਨਾ ਕੁਛ ਇੱਕੋ ਵਾਹਦ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਲਗਾਤਾਰ ਐਮਰਜੈਂਸੀ ਦੇ ਲਗਾਤਾਰ ਮੋਰਚਿਆਂ ਤੇ ਕਰਕੇ ਵਿਰੋਧਤਾ ਕਰਦੀ ਰਹੀ ਹੈ ਨਾ, ਕਿ ਸਾਰੇ ਦੇਸ਼ ਕਿਤੇ ਨਹੀਂ, ਸਾਰੇ ਡਰੇ ਸੀ। ਈਵਨ ਲੈਫਟ ਪਾਰਟੀਆਂ ਚੁੱਪ ਕਰਕੇ ਬਹਿ ਗਏ ਸੀ ਅੰਦਰੋਂ ਅੰਦਰੀ ਕਿ ਪਤਾ ਨਹੀਂ ਕੱਲ ਨੂੰ ਕੀ ਹੋਣਾ। ਇਸ ਕਰਕੇ ਦੀਪਕ, ਇਹ ਜਿਹੜੀ ਗੱਲ ਹੈ ਕਿ ਇਹਨਾਂ ਦੇ ਖੂਨ 'ਚ ਇੱਥੇ ਪੰਜਾਬੀਆਂ ਦੇ ਇੱਕ ਗੱਲ ਤੇ ਹੈ ਕਿ ਇਨਸਾਫ ਲਈ ਲੜਨਾ ਔਰ ਦਿਆਨਤਦਾਰ ਵੀ, ਕੰਪੈਸ਼ਨ ਵੀ, ਇਮਾਨਦਾਰੀ ਵੀ ਔਰ ਦਿਬੰਗੀ ਵੀ, ਇਹ ਕੰਬੀਨੇਸ਼ਨ ਬੜੇ ਘੱਟ ਹੁੰਦੇ ਆ ਔਰ ਬੜੇ ਜ਼ਬਰਦਸਤ ਕੰਬੀਨੇਸ਼ਨ ਆ। ਕਿਉਂਕਿ ਜਿਹੜਾ ਇਮਾਨਦਾਰ ਬੰਦੇ ਨੂੰ ਜਦੋਂ ਗੁੱਸਾ ਆਉਂਦਾ ਉਹ ਫਿਰ ਸ਼ਿਵਾ ਵਾਂਗੂ ਗੁੱਸਾ ਆਉਂਦਾ ਹੈ ਨਾ। ਇਸ ਕਰਕੇ ਉਹ ਹਮੇਸ਼ਾ ਦਿੱਲੀ 'ਚ ਇਹਨਾਂ ਪ੍ਰਤੀ ਇੱਕ ਅਲੱਗ ਸਪੈਸ਼ਲ ਪਾਲਿਸੀ ਰਹਿੰਦੀ ਹੈ ਕਿ ਇਹਨਾਂ ਨੂੰ ਤਕੜੇ ਨਹੀਂ ਹੋਣ ਦੇਣਾ, ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ, ਇਹਨਾਂ ਨੂੰ ਤਕੜੇ ਨਹੀਂ ਹੋਣ ਦੇਣਾ। ਇਸੇ ਕਰਕੇ ਕਿੰਨੀਆਂ ਪਾਰਟੀਆਂ ਨਵੀਆਂ ਆ ਗਈਆਂ, ਪੁਰਾਣੀਆਂ ਆ ਗਈਆਂ, ਇੰਨੇ ਕਿਸਮ ਦੇ ਅਕਾਲੀ ਦਲ, ਇੰਨੇ ਕਿਸਮ ਦੇ ਨਵੇਂ ਪੁੰਗਰੇ ਅਕਾਲੀ ਦਲ ਨੂੰ ਵੀ ਤੁਸੀਂ ਦਿੱਲੀ ਰਾਜਨੀਤੀ ਨਾਲ ਜੋੜਦੇ ਹੋ। ਬਿਲਕੁਲ ਹੈਗਾ, ਤੁਸੀਂ ਇਹ ਕਹਿੰਦੇ ਹੋ ਕਿ ਉੱਥੋਂ ਇਹਨਾਂ ਨੂੰ ਗੈਸ ਮਿਲ ਰਹੀ ਹੈ, ਬਿਲਕੁਲ ਹੈਗਾ, ਆਕਸੀਜਨ ਉੱਥੋਂ ਲੈ ਰਹੇ ਨੇ। ਇਹਦੇ 'ਚ ਤੁਹਾਡੇ ਸਾਹਮਣੇ ਆ ਜਾਊਗਾ। ਪਹਿਲਾ ਅਕਾਲੀ ਦਲ ਜੇ ਜੰਮਿਆ ਨਹੀਂ ਸੀ, ਉਹਨੂੰ ਇੱਕ ਹੋਰ ਜੰਮ ਗਿਆ, ਉਹ ਦੋ ਟੁਕੜੇ ਹੋ ਗਿਆ, ਜਿਹੜੀ ਅੱਧੇ ਇੱਧਰ ਚਲੇ ਗਏ, ਇੱਧਰ ਚਲੇ ਗਏ, ਹੁਣ ਨਵਾਂ ਆ ਗਿਆ, ਇਹ ਕਿਤੇ ਦਿਨ ਚੱਲੂਗਾ। ਇਸ ਕਰਕੇ ਦੀਪਕ ਜੀ, ਇਹ ਜਿਹੜੀ ਇਸ ਕਿਸਮ ਦੀ ਦਿੱਲੀ ਦੀ ਰਾਜਨੀਤੀ ਹੈ ਇੱਥੇ ਲਗਾਤਾਰ ਖੇਲੀ ਜਾਂਦੀ ਆ। ਪਰ ਇਹ ਗੱਲ ਦਿੱਲੀ ਵਾਲਿਆਂ ਨੂੰ ਮੰਨ ਲੈਣੀ ਚਾਹੀਦੀ ਹੈ ਕਿ ਇਸ ਰਾਜਨੀਤੀਆਂ ਦੇ ਬਾਵਜੂਦ ਵੀ ਅੱਜ ਜਦੋਂ ਕਰੋਨਾ ਦਾ ਐਡਾ ਵੱਡਾ ਆਕਰਮਣ ਸਾਰੇ ਦੇਸ਼ ਹੋਇਆ, ਇਹ ਇੱਕ ਵਾਹਦ ਇੰਸਟੀਟਿਊਸ਼ਨ ਸੀ ਸਾਰੀ ਦੁਨੀਆ ਦੇ ਵਿੱਚ। ਪੀਜ਼ਿਆਂ ਵਾਲਿਆਂ ਨੂੰ ਪੀਜ਼ਾ ਖਿਲਾਏ, ਟਾਕੋ ਬੈਲ ਵਾਲਿਆਂ ਨੂੰ ਟਾਕੋ ਬੈਲ ਖਿਲਾਈ, ਰੋਟੀਆਂ ਵਾਲਿਆਂ ਨੂੰ ਰੋਟੀਆਂ ਖਵਾਲੀਆਂ, ਸਾਰਿਆਂ ਦੀ, ਅਮਰੀਕਾ, ਫਰਾਂਸ, ਇੰਗਲੈਂਡ, ਸਾਰੇ ਦੇਸ਼ਾਂ ਦੇ ਵਿੱਚ। ਔਰ ਇਹ ਸਾਰੀ ਦੁਨੀਆ ਨੂੰ ਮੰਨਣਾ ਪਿਆ ਕਿ ਇਹ ਸਮੁਦਾਇ ਹੈ ਜਿਹੜਾ ਦਿਲੋਂ ਐਕਚੁਅਲੀ ਮਾਨਵਵਾਦੀ ਹੈ ਔਰ ਸਾਰਿਆਂ ਦਾ ਭਲਾ ਚਾਹੁੰਦਾ, ਸਰਬੱਤ ਦਾ ਭਲਾ ਚਾਹੁੰਦਾ, ਜਾਤ ਪਾਤ ਔਰ ਧਰਮਾਂ ਤੋਂ ਉੱਪਰ ਉੱਠ ਕੇ, ਬੋਲੀਆਂ ਤੋਂ ਉੱਪਰ ਉੱਠ ਕੇ ਕਰਨਾ ਚਾਹੁੰਦਾ। ਇਹ ਛੋਟੀ ਗੱਲ ਨਹੀਂ ਹੈ, ਇਹ ਛੋਟੀ ਗੱਲ ਨਹੀਂ ਹੈ ਕਿ ਅਸੀਂ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਘੱਟ ਹੋ ਸਕਦਾ ਹੈ, ਪਰ ਜਜ਼ਬੇ ਔਰ ਕੁਰਬਾਨੀਆਂ ਦੇ ਵਿੱਚ ਬਹੁਤ ਵਿਸ਼ਾਲ ਤੇ ਬਹੁਤ ਵੱਡਾ ਹੈ। ਤੇ ਉਸੇ ਦੇ ਵਿੱਚੋਂ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਆਖਦੇ ਨੇ ਕਿ ਇਸ ਸਮੇਂ ਘੱਟ ਗਿਣਤੀ ਦੇਸ਼ ਖਤਰੇ 'ਚ ਨੇ, ਤਾਂ ਇਹਦੇ ਕੋਈ ਮਾਇਨੇ ਨੇ, ਇਹਦੇ ਕੋਈ ਅਰਥ ਨੇ, ਇਹਦੇ ਕੋਈ ਭਾਵ ਨੇ, ਤੇ ਇਹਦੇ ਪਰ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਤੇ ਨਜ਼ਰਸਾਨੀ ਕਰਨ ਦੀ ਲੋੜ ਹੈ। ਕਿਉਂਕਿ ਜਦੋਂ ਵੀ ਇਹ ਕੌਮ ਖੜੀ ਹੁੰਦੀ ਆ ਸੱਚ ਲਈ, ਹੱਕ ਲਈ ਤੇ ਦੇਸ਼ ਲਈ ਖੜੀ ਹੁੰਦੀ ਹੈ, ਸੋ ਇਸ ਲਈ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਪੈਣਾ। ਪਰ ਮਸਲਾ ਤਾਂ ਪੰਜਾਬ ਸਰਕਾਰ ਦਾ ਵੀ ਵੱਡਾ ਬਣਦਾ ਜਾ ਰਿਹਾ ਜਨਾਬ। ਪਿੰਡਾਂ ਦੇ ਵਿੱਚ ਦਲਿਤ ਭਾਈਚਾਰੇ ਦੇ ਚੁੱਲ੍ਹੇ ਜਿਹੜੇ ਮਗਰੇ ਸੀ, ਕੀ ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਬੁਝਾਉਣ ਦੀ ਤਿਆਰੀ 'ਚ ਹੈ ਪੰਜਾਬ ਸਰਕਾਰ? ਕੀ ਪੰਜਾਬ ਦੇ ਪਿੰਡਾਂ ਦੇ ਆਮਦਨ ਦੇ ਸਰੋਤ ਖੋਹਣ ਦੀ ਤਿਆਰੀ ਵਿੱਚ ਹੈ? ਜਿਸ ਢੰਗ ਨਾਲ ਜੰਗਲ ਉਜਾੜਨ ਦੀ ਤਿਆਰੀ, ਜਿਸ ਢੰਗ ਨਾਲ ਉਪਜਾਊ ਜ਼ਮੀਨਾਂ ਖੋਹਣ ਦੀ ਤਿਆਰੀ ਹੈ। तो इस मसले की भी चर्चा करांगे, पर समा छोटी जी ब्रेक था, ब्रेक लिए रुकांगे। हुणे परसेंट भी देखते रहो विजन पंजाब टीवी। विजन पंजाब टी देख रहे सारे दर्शकों का प्रोग्राम चर्चा का मुद्दा जी एक बार फिर स्वागत है जी। प्रोफेसर मनजीत सिंह होरां नाल असीं गल कर रहे थे इसे मसले नूं हुण पंजाब नाल जोड़ के जो तुसीं देखते हैं कि पंजाब आर्थिक तौर पर पहलां ही पछड़ रहा, लगातार कमज़ोर हुंदा जा रहा, तो करोना कारण पहलां ही लोगों के साधन खुस्से जा रहे हैं, जमीनां किसानां ते पहलां ही स्थिति माड़ी है। तो मजदूर, खेत मजदूर जिहड़े पिंडां दीयां जमीनां दे उत्ते जिहड़ियां शामलर जमीनां दे उत्ते खेती करके अपना घर-बार चला रहे, उन्हां तो भी धरती उन्हां दे पैरां थल्लों भी जमीन खिੱਚਣ ਦੀ ਤਿਆਰੀ। मत्तेवाड़ वाला जंगल वाला मसला, सेखोवाल पिंड वाला मसला, इधर डेरा बसी राजपुर वाले खेतर च कुछ पिंड वाला मसला। कि तुहानूं लगदा कि पंजाब सरकार उद्योगिक हत्थां 'च विक गई है? जिहड़ी असीं केंद्र की गल करदे हां कि केंद्र देश नूं उद्योग के हवाले करन नूं फिरदा, उद्योगपतियां के हवाले करन नूं फिरदा, कि पंजाब सरकार भी उस राह ते है? पंजाब दे पिंडां नूं पंजाब सरकार हुण उद्योगपतियां नूं देण लगी है। एक दीपक जी खास किस्म की मानसिकता बन गई है, वो बहुत सारे वैसटर्न एजुकेशन के साडे अर्थ विग्यानियां दी भी हैगी है कि देखो जी पिंड ते उजड़ने ही उजड़ने। क्यों बई? कित्थे लिखिया होया?
ਤੇ ਇਸ ਕਰਕੇ ਇਹ ਜਿਹੜੀ ਸਰਕਾਰਾਂ ਦੀ ਪਾਲਿਸੀ ਵੀ ਇਹ ਹੈਗੀ ਹੈ ਕਿ ਵੱਧ ਤੋਂ ਵੱਧ ਪਿੰਡ ਉਜਾੜ ਕੇ ਤੁਸੀਂ ਵੱਧ ਛੇਤੀ ਤੋਂ ਛੇਤੀ ਸ਼ਹਿਰੀਕਰਨ, ਤੇ ਇਸ ਨੂੰ ਮਿਆਰ ਮੰਨਿਆ ਜਾਂਦਾ ਕਿ ਤੁਹਾਡੇ ਵਿਕਾਸ ਦਾ ਇਹ ਦਰਜਾ ਉੱਚਾ ਹੋ ਗਿਆ। ਪਰ ਸਾਡੇ ਅਜੇ ਵੀ ਲੋਕਾਂ ਨੂੰ ਸਮਝ ਨਹੀਂ ਆ ਰਹੀ। ਸਾਨੂੰ ਵੈਸਟ ਦੇ ਨੁਕਸਾਨ ਤੋਂ ਹੀ ਸਮਝ ਲੈਣਾ ਚਾਹੀਦਾ। ਸਭ ਤੋਂ ਪਹਿਲਾਂ ਇਹੋ ਜਿਹੀ ਅਰਬਨਾਈਜੇਸ਼ਨ ਜਿੱਥੇ 5% 7% ਪਿੰਡ ਰਹਿ ਗਏ ਜਾਂ ਰੂਰਲ ਏਰੀਆ ਰਹਿ ਗਿਆ, ਰੂਰਲ ਪਾਪੂਲੇਸ਼ਨ ਰਹਿ ਗਈ, ਰੂਰਲ ਪਾਪੂਲੇਸ਼ਨ, ਉਹਨਾਂ ਏਰੀਆ ਦਾ ਦੇਖੋ ਤਾਂ ਜਿੱਥੇ ਸਾਰੀ ਦੀ ਸਾਰੀ ਤਕਰੀਬਨ ਅਰਬਨਾਈਜੇਸ਼ਨ ਹੋ ਗਈ ਆ, 90% ਤੋਂ ਉੱਪਰ ਆ। ਸਭ ਤੋਂ ਵੱਧ ਇੰਗਲੈਂਡ 'ਚ ਮਰੇ, ਅਮਰੀਕਾ 'ਚ ਜਿੱਥੇ ਸਾਰਿਆਂ ਤੋਂ ਵੱਧ ਵਿਕਾਸ ਹੋਇਆ ਉੱਥੇ ਸਭ ਤੋਂ ਵੱਧ ਮਰੇ। ਹੋਰ ਬਹੁਤ ਸਾਰੇ ਇਹੋ ਜਿਹੇ ਕੰਟਰੀ ਆ, ਯੂਰਪੀਅਨ ਕੰਟਰੀ, ਇਟਲੀ, ਜਿੱਥੇ ਜਿੰਨਾ ਸਾਰੇ ਕੰਟਰੀ 'ਚ ਸਾਡੇ ਲੋਕ ਜਾਂਦੇ ਆ, ਉੱਥੇ ਸਭ ਤੋਂ ਵੱਧ ਵਿਨਾਸ਼ ਹੋਇਆ। ਕਿਉਂਕਿ ਧਰਤੀ ਦਾ, ਕੁਦਰਤ ਦਾ ਵਿਨਾਸ਼ ਇੰਡਸਟਰੀ ਦੇ ਨਾਂ ਤੇ, ਸੜਕਾਂ ਸੋ ਕਾਲਡ ਜਿਹਨੂੰ ਵਿਕਾਸ ਕਹਿੰਦੇ ਅਸੀਂ, ਉਹਦੇ ਨਾਂ ਤੇ ਅਸੀਂ ਬਹੁਤ ਵਿਨਾਸ਼ ਕੀਤਾ। ਤੁਸੀਂ ਇੱਥੇ ਫਿਰ ਤੁਹਾਡੇ ਦੇ ਆਲਰੇਡੀ ਬਹੁਤ ਸੋਹਣਾ ਹਰਾ ਭਰਾ ਚਾਰੇ ਪਾਸੇ ਹੈਗਾ, ਉਹਨੂੰ ਕਿਉਂ ਕੰਕਰੀਟ ਦਾ ਜੰਗਲ, ਉਹਨੂੰ ਤੁਸੀਂ ਜਗ੍ਹਾ ਜਗ੍ਹਾ ਲਿਪ ਪੋਤ ਕੇ, ਸੀਮੈਂਟ ਲਾ ਕੇ, ਪੱਥਰ ਢੋ ਕੇ ਤੁਸੀਂ ਦਰਿਆ ਵੀ ਖਰਾਬ ਕਰੋਗੇ, ਉੱਥੋਂ ਵੀ ਜਿਹੜਾ ਉਹਨਾਂ ਦਾ ਵਾਤਾਵਰਨ ਖਰਾਬ ਕਰੋਗੇ, ਇੱਟਾਂ ਪੱਥਰ ਸਾਰੇ ਲਿਆ ਕੇ ਉੱਥੇ ਲਾਓਗੇ। ਸਾਰੇ ਇੱਕ ਧਰਤੀ ਦਾ ਜੇ ਕੁਦਰਤੀ ਜਿਹੜਾ ਬੈਲੈਂਸ ਬਣਿਆ ਹੋਇਆ ਉਹਨੂੰ ਤੋੜ ਕੇ ਕੀ ਤੁਹਾਨੂੰ ਪਾਊਗਾ? ਫਿਰ ਹੋਰ ਬੈਕਲੈਸ਼ ਹੋਊਗਾ। ਬਿਲਕੁਲ ਹੋਊਗਾ। ਇੱਕ ਤੇ ਇਹ ਸਵਾਲ। ਦੂਸਰਾ ਹੈ ਸੋਸ਼ਲ ਮਾਮਲਾ। ਸੋਸ਼ਲ ਮਾਮਲੇ ਦੇ ਵਿੱਚ ਜਿਹੜੀ ਪਿੰਡ ਦਾ ਹੁਣੇ ਤੁਸੀਂ ਨਾ ਸਿੱਖਵਾ, ਇਹ ਪਿੰਡ ਲੁਧਿਆਣੇ ਦੇ ਵਿੱਚ ਹੈਗਾ। ਇਹ ਬੜਾ ਇੰਟਰਸਟਿੰਗ ਕੇਸ ਆ। 407 ਏਕੜ ਜ਼ਮੀਨ ਪੰਚਾਇਤ ਦੀ ਆ। ਅੱਛਾ ਜੀ। ਪੰਚਾਇਤ ਦੀ ਸਰਪੰਚ ਜਿਹੜੇ ਸਾਰੇ ਦੇ ਸਾਰੇ ਜਿਹੜੇ ਉੱਥੇ 80 ਘਰ ਹੈਗੇ ਆ, 600 ਤੋਂ ਉੱਪਰ ਜਿਹੜੀ ਪਾਪੂਲੇਸ਼ਨ ਹੈ ਉਹ ਪਿੰਡ ਦੀ, 5-5 ਏਕੜ ਵਾਹੁੰਦੇ ਆ ਉਹ ਇਕੱਠੇ, 5-5 ਏਕੜ ਵਾਹੁੰਦੇ ਆ, ਤੇ ਸਾਰੇ ਦਲਿਤ ਪਾਪੂਲੇਸ਼ਨ ਆ, ਦਲਿਤ ਪਰਿਵਾਰ। ਉਹਨਾਂ ਦੀ ਕੁਦਰਤੀ ਆ। ਅਮਰੀਕ ਕੌਰ ਜਿਹੜੀ ਸਰਪੰਚ ਆ ਉਹ ਵੀ ਦਲਿਤ ਹੈਗੀ ਆ। ਉਹ ਸਰਪੰਚ ਨੂੰ ਕਿ ਸਿੱਧੀ ਆ ਪੜੀ ਵੀ ਨਹੀਂ ਹੋਣੀ, ਮੈਨੂੰ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਹਾਲਤ ਆ, ਉਹਨੂੰ ਉੱਥੇ ਡੀਸੀ ਸਾਹਿਬ ਬੁਲਾਉਂਦੇ। ਉੱਥੇ ਵੈਸੇ ਬੰਦਾ ਅੱਧਾ ਡਰ ਜਾਂਦਾ ਵੀ ਅੱਜ ਡੀਸੀ ਨੇ ਏਡੇ ਵੱਡੇ ਅਫਸਰ ਨੇ ਬੁਲਾਇਆ। ਕਹਿੰਦੇ ਜੀ ਤੁਹਾਡੇ ਉੱਥੇ ਜਿਹੜੀ ਜ਼ਮੀਨ ਹੈ, ਅਸੀਂ ਕੋਈ ਪਾਰਕ ਬਣਾਉਣੀ ਜਾਂ ਕੋਈ ਇਹੋ ਜੀ ਕੋਈ ਨਰਸਰੀ ਜਾਂ ਪਾਰਕ ਜਾਂ ਇਹੋ ਜੀ ਸੋਹਣਾ ਕਰਨਾ ਚਾਹੁੰਦੇ ਹਾਂ ਅਸੀਂ, ਸਾਨੂੰ 200 ਏਕੜ ਜ਼ਮੀਨ ਦੇ ਦਿਓ। 200 ਏਕੜ ਜ਼ਮੀਨ ਦੇ ਨਾਂ ਤੇ 407 ਏਕੜ ਜ਼ਮੀਨ ਦਾ ਤੇ ਤੁਸੀਂ ਕਬਜ਼ਾ ਕਰ ਲਿਆ। ਹੁਣ ਜਦੋਂ ਪਿੰਡ 'ਚ ਜਾ ਕੇ ਗੱਲ ਦੱਸੀ ਹੋਊਗੀ, ਸਾਰੀ ਹੋਊਗੀ ਵੀ ਇਹ ਜ਼ਮੀਨ ਤੇ ਅਕਵਾਇਰ ਹੋ ਗਈ, ਰੌਲਾ ਪੈ ਗਿਆ, ਉਹ ਸਾਰੇ ਦੇ ਸਾਰੇ ਵਿੱਚ ਹੀ ਉਹ ਸਰਪੰਚ ਸਾਰੇ ਉਹਨਾਂ ਨੇ ਰੌਲਾ ਪਾਇਆ। ਸਵਾਲ ਦੀਪਕ ਇਹ ਹੈ, ਚਾਹੀਦਾ ਹੈ ਜੇ ਕੋਈ ਪਰਸੈਪਟਿਵ ਚੀਫ ਮਿਨਿਸਟਰ ਹੋਵੇ ਜਾਂ ਕਾਂਗਰਸ ਦੀ ਗਵਰਨਮੈਂਟ ਵਾਕਿਆ ਹੀ ਦਲਿਤ ਹੇਤੂ, ਸਭ ਤੋਂ ਵੱਧ ਦਲਿਤ ਵੋਟਾਂ ਪਾਈਆਂ ਅੱਜ ਤੱਕ। ਬਿਲਕੁਲ। ਹੁਣ ਪਿੱਛੇ ਜੇ ਕੁਝ ਅਕਾਲੀਆਂ ਨੂੰ ਪਾਈਆਂ, ਨਹੀਂ ਤੇ ਲਗਾਤਾਰ ਇਹ ਇਹਨਾਂ ਦੀ ਸੈੱਟ ਜਾਣੀ ਫੇਵਰੇਟ ਵੋਟ ਜਿਹੜੀ ਸਾਰੇ ਦੇਸ਼ ਦੇ ਵਿੱਚ ਕਾਂਗਰਸ ਨੂੰ ਇਹ ਪਾਉਂਦੇ ਰਹੇ, ਕਿਉਂਕਿ ਜੀ ਰਿਜ਼ਰਵੇਸ਼ਨ ਆਈ, ਜੀ ਫਲਾਨਾ ਆਇਆ ਟਮਕਾ। ਹੁਣ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਇਸ ਪਿੰਡ ਨੂੰ ਐਡਾ ਸੋਹਣਾ ਇੱਕ ਰੋਲ ਮਾਡਲ ਬਣਾ ਕੇ ਸਾਰੇ ਪੰਜਾਬ ਦੇ ਵਿੱਚ ਦੱਸ ਦੇ। ਇਹ ਜ਼ਮੀਨ ਹੈ, ਹਰ ਇੱਕ ਨੂੰ 5-5 ਏਕੜ ਪਹਿਲਾਂ ਹੀ ਉਹ ਵਾਹੁੰਦੇ ਆ, ਇਹ ਜ਼ਮੀਨ ਉਹਨਾਂ ਦੇ ਨਾਂ ਤੇ ਪੱਟੇ ਲਾਟ ਕਰਦੇ, ਵੇਚਦੇ ਨਾ, ਤਾਂ ਕਿ ਉਹ ਵੇਚ ਨਾ ਸਕਣ। ਉਹਦੇ 'ਚ ਇੱਕ ਸੁੰਦਰ ਜਿਹਾ ਘਰ ਉਹਨਾਂ ਨੂੰ ਜਿਹੜਾ 1000 ਫੁੱਟ ਦਾ ਹੀ ਭਾਵੇਂ ਬਣਾਉਣ ਜਾਂ 1500 ਫੁੱਟ ਦਾ ਬਣਾਉਣ, ਸੁੰਦਰ ਘਰ ਬਣਾ ਕੇ ਦਿੰਦੇ। ਉਹਨਾਂ ਦਾ ਇੱਕ ਡਿਜ਼ਾਈਨ ਤਿਆਰ ਹੁੰਦਾ, ਜਿਵੇਂ ਚੰਡੀਗੜ੍ਹ 'ਚ ਹਰ ਸੈਕਟਰ ਦਾ ਡਿਜ਼ਾਈਨ ਤਿਆਰ ਹੁੰਦਾ, ਤਾਂ ਜੋ ਪਿੰਡ ਮਾਡਲ ਪਿੰਡ ਬਣਦਾ। ਬਿਲਕੁਲ। ਉਹਦੇ 'ਚ ਤੁਸੀਂ ਇੱਕ ਅੱਧੇ ਏਕੜ ਦੇ ਵਿੱਚ ਸਬਜ਼ੀਆਂ ਲਾਉਣੀਆਂ, ਜਿਸ 'ਚ ਤੁਹਾਨੂੰ ਕਿਤੇ ਮਾਰਕੀਟ 'ਚ ਜਾਣ ਦੀ ਲੋੜ ਨਹੀਂ ਹੈਗੀ। ਬਾਕੀ ਦੇ ਵਿੱਚ ਤੁਸੀਂ ਪੌਲੀ ਹਾਊਸ ਲਾ ਕੇ ਕਿਵੇਂ ਤੁਸੀਂ 1 ਏਕੜ ਦੇ ਵਿੱਚੋਂ 5-5 ਲੱਖ ਰੁਪਈਆ ਕਮਾਉਣਾ, ਤੁਸੀਂ ਇੱਕ ਬਿਲਕੁਲ ਹੀ ਉਲਟਾ ਕੇ ਰੱਖ ਦਿੰਦੇ। ਸਾਰੀ ਦੁਨੀਆ ਨੂੰ ਜਵਾਬ ਦਿੰਦੇ ਕਿ ਜੇ ਅਸੀਂ ਦਲਿਤਾਂ ਦਾ ਇੰਨਾ ਖੂਨ ਪੀਤਾ ਇਸ ਦੇਸ਼ ਨੇ, ਉਹਨਾਂ ਨੂੰ ਇੰਨਾ ਲਤਾੜਿਆ, ਇੰਨਾ ਦਰਕਾਰਿਆ, ਇੰਨਾ ਅਛੂਤ ਕਹਿ ਕੇ ਅਪਮਾਨਿਤ ਕੀਤਾ ਲਗਾਤਾਰ, ਤਾਂ ਅੱਜ ਸਾਡਾ ਮੌਕਾ ਆ ਉਹਨਾਂ ਨੂੰ ਗਲੇ ਲਾਉਣ ਦਾ। ਆਹ ਦੇਖੋ, ਅਸੀਂ ਕਿਸੇ ਜੱਟ ਦਾ ਜਾਂ ਹੋਰ ਕਿਸੇ ਦੇ ਪਿੰਡ ਨੂੰ ਨਹੀਂ ਚੁਣਿਆ, ਅਸੀਂ ਇਹ ਦਲਿਤਾਂ ਦੇ ਪਿੰਡ ਨੂੰ ਚੁਣ ਕੇ ਬਹਿਸ਼ਤ ਬਣਾਤਾ। ਚਾਹੀਦਾ ਇਹ ਸੀਗਾ ਸਾਰੀ ਜ਼ਮੀਨ ਹਥਿਆ ਲਈ। ਇਹਦਾ ਮਤਲਬ ਕਿ ਤੁਸੀਂ ਅਜੇ ਵੀ ਭਾਵੇਂ ਕਾਨੂੰਨ 'ਚ ਕੁਛ ਲਿਖਿਆ ਹੋਵੇ, ਕਾਨਸਟੀਟਿਊਸ਼ਨ 'ਚ ਲਿਖਿਆ ਹੋਵੇ, ਸੋਸ਼ਲ ਵੈਲਫੇਅਰ ਡਿਪਾਰਟਮੈਂਟ ਬਣਾ ਦਿਓ, ਜੋ ਮਰਜ਼ੀ ਬਣਾ ਦਿਓ, ਨੈਸ਼ਨਲ ਕਮਿਸ਼ਨ ਬਣਾ ਦਿਓ, ਇਹਨਾਂ ਨਾਲ ਇਨਸਾਫ ਨਹੀਂ ਹੋ ਰਿਹਾ। ਇਸ ਕਰਕੇ ਉਹ ਸਾਰੀਆਂ ਪੋਜੀਸ਼ਨਾਂ ਉਹ ਵੀ ਉਹੀ ਲੋਕ ਲੈ ਕੇ ਬੈਠੇ ਆ ਜਿਹੜੇ ਆਲਰੇਡੀ ਜਿਨ੍ਹਾਂ ਨੂੰ ਕੁਝ ਹੋਰ ਚਾਹੀਦਾ ਨਹੀਂ। ਜਿਹੜੇ ਦਲਿਤ ਹੈਗੇ ਜਾਂ ਔਰਤ ਹੈਗੀ ਆ ਸਾਡੇ ਦੇਸ਼ ਦੀ, ਉਹ ਅਜੇ ਵੀ ਪੀੜੀ ਤੇ ਲਤਾੜੀ ਹੈ। ਐਸੇ ਕਰਕੇ ਉਹਨਾਂ ਨੇ ਫੈਸਲਾ ਇਹ ਕੀਤਾ ਆ ਕਿ ਅਸੀਂ ਸਾਰੇ ਮਿਲ ਕੇ ਇਸ ਗੱਲ ਦਾ ਮੁਕਾਬਲਾ ਕਰਾਂਗੇ, ਅਸੀਂ 1 ਵੀ ਇੰਚ ਨਹੀਂ ਲੈਣ ਦਿਆਂਗੇ। ਦੂਸਰੀ ਗੱਲ, ਕੱਲ
ਰੌਲਾ ਰੱਪਾ ਤੇ ਪਿਆ ਆ, ਅਸੀਂ ਵੀ ਪਾਇਆ, ਅਸੀਂ ਹੁਣ ਅੱਜ ਵੀ ਅਸੀਂ ਇਹ ਗੱਲ ਦਾ ਨੋਟਿਸ ਲੈ ਹੀ ਰਹੇ ਹਾਂ। ਕੱਲ ਬੈਂਸ ਬ੍ਰਦਰ ਵੀ ਉੱਥੇ ਗਏ ਪਹੁੰਚੇ, ਹਾਂ ਬਿਲਕੁਲ ਪਹੁੰਚਿਆ, ਹੋਰ ਵੀ ਲੋਕ ਤੁਸੀਂ ਦੇਖੋ ਪਹੁੰਚਣੇ ਸ਼ੁਰੂ ਹੋ ਜਾਣਗੇ, ਕਿਉਂਕਿ ਇਹ ਇਕੱਲਾ ਵੋਟਾਂ ਦਾ ਮਾਮਲਾ ਨਹੀਂ ਹੈ, ਉਹ ਪਿੰਡ ਦਾ ਮਾਮਲਾ ਨਹੀਂ ਹੈ, ਇੱਕ ਸਟੇਟ ਦਾ ਕੁਝ ਜਿਹੜੇ ਗਰੀਬ ਆ ਸਾਡੇ, ਜਿਨ੍ਹਾਂ ਨੂੰ ਹਰ ਹਾਸ਼ੀਏਗਤ ਅਸੀਂ ਰੱਖਿਆ ਹੋਇਆ, ਹਾਸ਼ੀਏ ਤੇ ਰੱਖਿਆ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ, ਨਾ ਪੜ੍ਹਾਈ, ਨਾ ਸਿਹਤ, ਨਾ ਭਵਿੱਖ, ਨਾ ਜ਼ਮੀਨ, ਫਿਰ ਕੁਛ ਤੇ ਕਿਤੇ ਉਹਨਾਂ ਨੂੰ ਦੇਣਾ ਪਊਗਾ, ਫਿਰ ਕਾਇਦਾ ਲੋਕਤੰਤਰ। ਇਸ ਲਈ ਮੇਰਾ ਖਿਆਲ ਹੈ ਕਿ ਇਸ ਗੱਲ ਦਾ ਦੀਪਕ ਰੁਕ ਜਾਣਾ ਚਾਹੀਦਾ, ਇਹਨਾਂ ਨੂੰ ਉਹ ਜ਼ਮੀਨ ਨਹੀਂ ਲੈਣੀ ਚਾਹੀਦੀ। ਦੇਖੋ ਜਿਹੜੀਆਂ ਜਿੱਥੇ ਤੱਕ ਤਾਂ ਸੰਗਠਨਾਂ ਦੀ ਗੱਲ ਹੈ, ਸੰਸਥਾਵਾਂ ਦੀ ਗੱਲ ਹੈ, ਲੋਕਾਂ ਦੀ ਗੱਲ ਹੈ, ਉਹ ਤਾਂ ਮੈਨੂੰ ਲੱਗਦਾ ਇਸ ਪਿੰਡ ਦੇ ਨਾਲ, ਪਿੰਡ ਦੇ ਭਾਈਚਾਰੇ ਨਾਲ ਖੜਨਗੇ, ਪਰ ਰਾਜਨੀਤੀ ਇਸ ਮਸਲੇ ਤੁਹਾਨੂੰ ਲੱਗਦਾ ਕਿ ਆਉਣ ਦਿਨਾਂ 'ਚ ਰਾਜਨੀਤੀ ਹੋਏਗੀ ਪੰਜਾਬ ਦੇ ਵਿੱਚ? ਦਲਿਤ ਵੋਟ ਬੈਂਕ ਨੂੰ ਆਪਣੇ ਪਾਲੇ 'ਚ ਖਿੱਚਣ ਲਈ ਹੁਣ ਬਾਕੀ ਦਲ ਕੁਝ ਹੋਰ ਕਹਿਣਗੇ, ਕਾਂਗਰਸ ਕੁਝ ਹੋਰ ਕਹੂਗੀ, ਕਿ ਇਸ ਮਸਲੇ ਨੂੰ ਲੈ ਕੇ 2022 ਦੀਆਂ ਚੋਣਾਂ 'ਚ ਦਲਿਤ ਭਾਈਚਾਰਾ ਵੰਡਿਆ ਵੀ ਜਾ ਸਕਦਾ? ਇਸ ਤਰ੍ਹਾਂ ਨਹੀਂ ਹੈ, ਉਹ ਤੇ ਪਹਿਲਾਂ ਹੀ ਬਹੁਤ ਵੰਡੇ ਹੋਏ ਆ, ਕੁਛ ਤੇ ਉਹਨਾਂ ਨੇ ਆਪਣਿਆਂ ਨੇ ਹੀ ਵੰਡੇ ਆ, ਕੁਛ ਜਾਤਾਂ ਨੇ ਵੰਡੇ ਹੋਏ ਆ, 39 ਜਾਤਾਂ ਹੈ ਦਲਿਤਾਂ ਦੀਆਂ, ਦਲਿਤ ਇੱਕ ਕੈਟੇਗਰੀ ਨਹੀਂ ਹੈ, ਕੁਛ ਉਹਨਾਂ ਨੇ ਵੰਡੇ ਹੋਏ ਆ, ਕੁਛ ਉਹਨਾਂ ਦੇ ਵਿੱਚ ਦਲਿਤਾਂ ਦੇ ਅੰਦਰ ਅਲੱਗ-ਅਲੱਗ ਜਮਾਤਾਂ ਬਣ ਚੁੱਕੀਆਂ ਆ, ਕੁਛ ਐਲੀਟ ਵੀ ਉਹਨਾਂ ਦੀ ਲੇਅਰ ਵੀ ਬਣ ਗਈ ਨਾ, ਬਿਲਕੁਲ ਬਣੀਆਂ ਹੋਈਆਂ, ਕੁਛ ਉਹਦੇ ਕਰਕੇ ਵੰਡੇ ਹੋਏ ਆ, ਕੁਛ ਤੇ ਦਲਿਤ ਆਪਣੇ ਆਪ ਨੂੰ ਘੁਮਾਉਣਾ ਹੀ ਬੜਾ ਬੇਇੱਜ਼ਤ ਸਮਝਦੇ ਆ, ਛੁਪਾ ਕੇ ਰੱਖਦੇ ਆ ਕਿ ਮੈਂ ਕੀ ਆ, ਇਸ ਕਰਕੇ ਇਹ ਵੀ ਇੰਨਾ ਸੌਖਾ ਨਹੀਂ ਹੈ ਕਿ ਇੱਕਦਮ ਇਹਦੇ 'ਚ ਸਿਚੁਏਸ਼ਨ ਜਿਸ ਤਰ੍ਹਾਂ ਸ਼ਾਹਫਾਮ ਲੋਕਾਂ ਦੀ ਜਾਂ ਜਿਹੜੇ ਅਫਰੀਕਨ ਅਮਰੀਕਨਸ ਆ, ਉੱਥੇ ਸਾਡੀ ਵੱਡੀ ਮੂਵਮੈਂਟ ਬਣ ਗਈ, ਇਹੋ ਜਿਹਾ ਕੁਛ ਨਹੀਂ ਹੋਣ ਵਾਲਾ ਹੈਗਾ। ਪਰ ਸਟੇਟ ਦਾ, ਇੱਕ ਮਾਡਰਨ ਸਟੇਟ ਦਾ ਵੈਸੇ ਹੀ ਇਹ ਫਰਜ਼ ਬਣਦਾ ਆ ਕਿ ਉਹ ਉਸ ਨੂੰ ਇਸ ਤਰੀਕੇ ਨਾਲ, ਹੁਣੇ ਤੋਂ ਬਾਹਰ ਆ ਕੇ ਪ੍ਰੋਫੈਸਰ ਸਾਹਿਬ ਹੁਣ ਇਸ ਦਲਿਤ ਭਾਈਚਾਰੇ ਨੂੰ ਮਤਲਬ ਆਪਾਂ ਧਿਆਨ 'ਚ ਰੱਖ ਕੇ ਪਿੰਡ ਵਾਲਾ ਮਸਲਾ ਬਚਾ ਰਿਹਾ ਕਿ ਉਹਨਾਂ ਨੂੰ ਇੱਦਾਂ ਰੋਲ ਮਾਡਲ ਬਣ ਸਕਦਾ ਸੀ, ਪਰ ਜੇਕਰ ਆਪਾਂ ਸਿਰਫ ਹੁਣ ਸ਼ਾਮਲਾਟ ਜ਼ਮੀਨ ਦੇ ਹਵਾਲੇ ਨਾਲ ਮਸਲਾ ਦੇਖਣਾ ਹੋਵੇ ਤਾਂ ਸ਼ਾਮਲੇਟਾਂ ਜ਼ਮੀਨ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਸਰਕਾਰ ਹਥਿਆਉਣ ਨੂੰ ਫਿਰਦੀ ਹੈ ਕਿ ਉਹ ਇਸ ਢੰਗ ਦੀ ਰਣਨੀਤੀ ਦੇ ਤਹਿਤ ਵੀ ਕੰਮ ਹੋ ਰਿਹਾ, ਉਹਦੇ ਵਿੱਚ ਇਹ ਪਿੰਡ ਆ ਗਿਆ। ਹੈਰਾਨੀ ਇਹ ਹੈ ਕਿ ਰਾਜਪੁਰੇ ਨੇੜੇ 5 ਜਿਹੜੇ ਪਟਿਆਲੇ ਦੇ ਪਿੰਡ ਆ, ਉਹਨਾਂ 'ਚ 3 ਪਿੰਡਾਂ ਦੀਆਂ ਪੰਚਾਇਤਾਂ ਤੋਂ ਵੀ ਲਿਖਾ ਲਿਆ ਕਿ ਤੁਸੀਂ ਸਾਡੀ ਜ਼ਮੀਨ ਲੈ ਲਓ, ਕਿਉਂ ਉੱਥੇ 1-2 ਪਿੰਡਾਂ ਦੀ ਪੰਚਾਇਤ ਅੜ ਗਈ ਹੈ ਕਿ ਅਸੀਂ ਨਹੀਂ ਦੇਣੀ, 2 ਪਿੰਡਾਂ ਦੀਆਂ ਪੰਚਾਇਤਾਂ ਅੜ ਗਈਆਂ, 3 ਤੋਂ ਲੈ ਲਿਆ। ਉਹਦਾ ਦੇਖੋ ਅਸਲ 'ਚ ਜੇ ਤੁਹਾਡਾ ਜਿਹੜਾ ਲੈਂਡ ਐਕੁਜੀਸ਼ਨ ਐਕਟ ਕੀ ਕਹਿੰਦਾ, ਕਾਨੂੰਨ ਕਹਿੰਦਾ ਵੀ 80% ਲੋਕਾਂ ਦੀ ਜਿਹੜੀ ਸਹਿਮਤੀ ਹੋਣੀ ਚਾਹੀਦੀ ਹੈ। ਹਾਲਾਂਕਿ ਬੀਜੇਪੀ ਨੂੰ ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਹੀ ਆਏ ਕਿ ਨਹੀਂ ਨਾ ਇਹਦੇ ਨਾ ਨੌਮਨ ਤੇਲ ਹੋਏ, ਨਾ ਰਾਧਾ ਨੱਚੇ, 80% ਦਾ ਕੌਣ ਲੈ ਕੇ ਦਊਗਾ, ਇਹਦਾ ਮਤਲਬ ਸਾਨੂੰ ਤੁਸੀਂ ਜ਼ਮੀਨ ਲੈਣੀ ਨਹੀਂ ਦਿਓਗੇ। ਅਸਲੀ ਖੇਲ ਗਰੀਬਾਂ ਦੀਆਂ ਸ਼ਾਮਲਾਟ ਜਗ੍ਹਾ ਹੋਰਨਾਂ ਦੀਆਂ ਲੈ ਕੇ ਜਿਹੜੇ ਲੈਂਡ ਸ਼ਾਰਕਸ ਆ ਉਹਨਾਂ ਨੂੰ ਜ਼ਮੀਨਾਂ ਦੇਣੀਆਂ, ਏਕੜਾਂ ਦੇ ਭਾਅ ਲੈਣੀਆਂ, ਇੰਚਾਂ ਦੇ ਭਾਗਾਂ ਵੇਚਣੀਆਂ, ਕੁਝ ਸਰਕਾਰ ਦੇ ਜਿਹੜੇ ਖੀਸਿਆਂ 'ਚ ਜਾਊਗੀ, ਕੁਝ ਜਿਹੜੇ ਬੰਦੇ ਇਸ ਵੇਲੇ ਸਰਕਾਰ ਦੇ ਵਿੱਚ ਕੋਈ ਪ੍ਰਾਈਵੇਟ ਜੇਬਾਂ 'ਚ ਵੀ ਜਾਊਗੇ, ਤੇ ਕੁਝ ਜਿਹੜਾ ਮਿਡਲਮੈਨ, ਕੋਈ ਕੰਸਟਰਕਸ਼ਨ ਆ, ਕੋਈ ਪੁੱਟਾ ਜਾਂ ਹੋਰ ਆ, ਲੈਂਡ ਡਿਵੈਲਪਰ ਆ, ਉਹਨਾਂ ਕੋਲ ਮੋਟਾ ਪੈਸਾ ਜਾਊਗਾ। ਇਹ ਐਕੁਜੀਸ਼ਨ ਕਰਕੇ ਲੋਕਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ, ਲੋਕਾਂ ਨੂੰ ਨਾ ਕਦੀ ਹੋਇਆ। ਸਵਾਲ ਇਹ ਹੈ ਕਿ ਮੈਂ ਕਹਿੰਦਾ ਚਲੋ ਜ਼ਮੀਨ ਲੈ ਵੀ ਲਈ, ਉਹਨਾਂ ਲੋਕਾਂ ਦਾ ਭਵਿੱਖ ਕੀ ਉਹ ਤੇ ਤੈਅ ਕਰ ਦਿਓ। ਉਹਨਾਂ ਕੋਲ ਤਾਂ ਹੋਰ ਕੋਈ ਸਾਧਨ ਨਹੀਂ, ਤੁਸੀਂ ਇੱਕ ਸੋਹਣੀ ਜੀ ਕਲੋਨੀ ਬਣਾ ਕੇ ਕੋਈ ਉਹਨਾਂ ਦੀ ਸਾਰੇ ਸਾਧਨ ਪਰਮਾਨੈਂਟ ਜੌਬ ਦਾ ਉੱਥੇ ਹੀ ਕੋਈ ਜ਼ਰੀਆ ਕਰੋ, ਸਾਨੂੰ ਕੋਈ ਫਿਰ ਵੀ ਉਹਨਾਂ ਆਬਜੈਕਸ਼ਨ ਨਹੀਂ ਹੈ ਕਿ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਉਹਨਾਂ ਲਈ ਤਾਂ ਕੋਈ ਫਾਇਦਾ ਨਹੀਂ ਹੋਣਾ। ਹਾਂ, ਕਿ ਤੁਸੀਂ ਉੱਥੇ ਇੱਕ ਐਗਰੀਕਲਚਰ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਲਾਤੀ ਤੇ 600 ਦਾ 600 ਬੰਦਾ ਉਲਟਾ ਪਿੰਡਾਂ ਦੇ ਵਿੱਚ ਜੇਕਰ ਉਦਯੋਗਿਕ ਘਰਾਣੇ ਵੜ ਗਏ ਤਾਂ ਉਹਨਾਂ ਦੀ ਕੁਦਰਤੀ ਸਾਰਾ ਕੁਝ ਖਤਮ ਹੋ ਜਾਣਾ, ਉੱਥੇ ਕਲੋਨੀਆਂ ਬਣ ਜਾਣੀਆਂ, ਬਿਲਕੁਲ ਉਹ ਗੰਦੀਆਂ ਕਲੋਨੀਆਂ ਉਹ 'ਚ ਤਬਦੀਲੀ ਹੋ ਜਾਣੀ। ਇਹ ਹੋਊਗਾ। ਇਸ ਲਈ ਜਿਹੜਾ ਪੰਚਾਇਤ ਆ, ਦੇਖੋ ਜ਼ਮੀਨ ਪੰਜਾਬ 'ਚ ਹੈ ਨਹੀਂ, ਕਿਹੜੀ ਚੀਜ਼ ਤੇ ਸਰਕਾਰਾਂ ਦੀ ਨਿਗਾਹ ਆ, ਰੇਤਾ ਬਜਰੀ ਤੇ ਕੁਦਰਤੀ ਹੈਗੀ ਆ, ਪਾਣੀ ਪਹਿਲਾਂ ਹੀ ਅਸੀਂ ਖਤਮ ਕਰਤਾ, ਕੁਦਰਤੀ ਹੈਗੀ ਆ, ਹਵਾ ਅਸੀਂ ਛੱਡੀ ਨਹੀਂ ਆ, ਹੁਣ ਕਰੋਨਾ ਕਰਕੇ ਥੋੜੀ ਜਿਹੀ ਸਾਫ਼ ਆ, ਨਹੀਂ ਤੇ ਲੁਧਿਆਣਾ ਵਨ ਆਫ ਦਾ ਜਿਹੜੇ 10 ਸਿਟੀਜ਼ ਉਹਨਾਂ 'ਚੋਂ, ਹਾਂ ਲੁਧਿਆਣਾ ਜਿਹੜਾ ਬਹੁਤ ਜ਼ਿਆਦਾ ਸੀਗਾ। ਕੁਦਰਤੀ ਜਿਹੜੀ ਹੋਰ ਚੀਜ਼ ਬਚੀ ਹੋਈ ਜਿਹਦੇ 'ਚ ਪ੍ਰਾਈਵੇਟ ਕਿਤੇ ਹੈ ਨਹੀਂ, ਉਹ ਪੰਚਾਇਤਾਂ ਦੀ ਜ਼ਮੀਨ। ਪਰ ਪੰਚਾਇਤਾਂ ਦੀ ਜ਼ਮੀਨ ਤੁਸੀਂ ਇੰਜ ਨਹੀਂ ਲੈ ਸਕਦੇ। ਕਾਰਨ ਇਹ ਹੈ ਕਿ ਕਾਨੂੰਨਨ ਤੌਰ ਤੇ ਦੀਪਕ ਤੀਜਾ ਹਿੱਸਾ ਜ਼ਮੀਨ ਦਾ ਦਲਿਤਾਂ ਨੇ ਜਾਣਾ ਆ, ਤੇ ਦਲਿਤਾਂ ਦੀ ਜਿਹੜੇ ਉੱਥੇ ਉਹਨਾਂ ਨੂੰ ਅਲੱਗ ਬੋਲੀ ਲੈ ਕੇ, ਘੱਟ ਰੇਟ ਤੇ ਬੋਲੀ ਲੈ ਕੇ ਉਹ ਆਪਣਾ ਗੁਜ਼ਾਰਾ ਉਸ ਜ਼ਮੀਨ ਤੋਂ ਕਰ ਰਹੇ ਆ। ਤੁਸੀਂ ਉਹਨਾਂ ਦਾ ਕੀ ਸੋਚਿਆ? ਪੰਚਾਇਤ ਤੇ ਜਿਹੜੇ ਤੇ ਜ਼ਮੀਨਾਂ ਵਾਲੇ ਆ ਪੰਚਾਇਤ ਦੇ ਵਿੱਚ, ਉਹਨਾਂ ਨੂੰ ਕੀ ਜਾਣਦਾ ਫਰਕ ਪੈਂਦਾ, ਉਹਨਾਂ ਦੇ ਕੋਲ ਆਪਣੀ ਜ਼ਮੀਨ ਹੈਗੀ ਆ, ਠੇਕੇ ਦੇ ਇਹਦੀ ਨਹੀਂ, ਕਿਸੇ ਹੋਰ ਮਾਲਕ ਦੀ ਲੈ ਲੈਣਗੇ। ਪਰ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀ, ਤੁਸੀਂ ਉਹਨਾਂ ਦੇ ਕੰਸੈਂਟ ਤੋਂ ਬਗੈਰ ਤੁਸੀਂ ਜ਼ਮੀਨਾਂ ਨੂੰ ਕਿਉਂ ਦੇ ਰਹੇ? ਇਸ ਲਈ ਜੇ ਜ਼ਮੀਨ ਲੈਣੀ ਆ ਦੀਪਕ, ਉਹਦਾ ਸਿੱਧਾ ਹੈ ਕਿ ਜਿਹੜਾ ਮੈਂ 80% ਵਾਲਾ ਕ੍ਰਾਈਟੇਰੀਆ ਕਹਿੰਦਾ ਸੀ, ਪਿੰਡ ਦੀ ਗ੍ਰਾਮ ਸਭਾ ਹੋਣੀ ਚਾਹੀਦੀ, ਉਹ ਹੋਈ ਨਹੀਂ ਰਹੀ। ਬਕਾਇਦਾ ਨੋਟਿਸ ਲੱਗ ਕੇ ਉਹਦੇ ਵਿੱਚ ਵੀਡੀਓ ਨੇ ਆਉਣਾ ਹੁੰਦਾ, ਹੋਰ ਸਾਰਾ ਆਉਣਾ ਹੁੰਦਾ, ਪਹਿਲਾਂ 15 ਦਿਨ ਐਡਵਰਟਾਈਜ਼ਮੈਂਟ ਹੋਣੀ ਹੁੰਦੀ
ਹੁੰਦੀ ਹੈ ਕਿ ਇਸ ਦਿਨ ਮੀਟਿੰਗ ਹੋ ਰਹੀ ਹੈ, ਤਾਂ ਕਿ ਕੋਈ ਸਾਰੇ ਉਹ ਕੰਮ ਉਸ ਦਿਨ ਨੂੰ ਆਪਣਾ ਦਿਨ ਖਾਲੀ ਰੱਖਣ। ਔਰ ਗ੍ਰਾਮ ਸਭਾ ਦਾ ਰੈਜ਼ੋਲੂਸ਼ਨ ਪੈ ਕੇ, ਔਰ ਗ੍ਰਾਮ ਸਭਾ ਦੇ ਰੈਜ਼ੋਲੂਸ਼ਨ ਨੂੰ ਸੁਪਰੀਮ ਕੋਰਟ ਵੀ ਚੇਂਜ ਨਹੀਂ ਕਰ ਸਕਦੀ, ਇੰਨਾ ਪਾਵਰਫੁਲ ਹੈ। ਇਹ ਹੋਣਾ ਹੀ ਇੰਜ ਚਾਹੀਦਾ। ਪੰਚਾਇਤਾਂ ਦਾ ਕੀ 5-7 ਬੰਦੇ, ਉਹਨੂੰ ਕਿਸੇ ਨੂੰ ਇੱਧਰ ਉੱਧਰ ਉੱਪਰ ਥੱਲੇ ਕਰਕੇ ਤੁਸੀਂ ਆਪਣਾ ਰੈਜ਼ੋਲੂਸ਼ਨ ਪਾ ਲਓ। ਇਹ ਕੰਮ ਨਹੀਂ ਹੋਣਾ ਚਾਹੀਦਾ। ਔਰ ਪੰਚਾਇਤਾਂ ਦੀ ਜ਼ਮੀਨ ਦੇ ਉੱਤੇ ਜਿਹੜੀ ਸਰਕਾਰ ਦੀ ਆਖਿਆ ਇਹ ਬੰਦ ਹੋਣੀ ਚਾਹੀਦੀ ਆ। ਉਹੋ ਹੀ ਇੱਕ ਜ਼ਮੀਨ ਇਹੋ ਜਿਹੀ ਹੈ ਜਿਹੜੀ ਸਰਬ ਸਾਂਝੀ ਜ਼ਮੀਨ ਹੈ, ਜਿਹੜੇ ਪਿੰਡ ਦੇ ਸਰਬ ਸਾਂਝੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੀ ਆ। ਸੋ ਇਹ ਆਪਣੇ ਆਪ 'ਚ ਵੱਡੀ ਗੱਲ ਹੈ ਕਿ ਇਕੱਲੀ ਪਿੰਡ ਦੀ ਪੰਚਾਇਤ ਇਹ ਕੁਛ ਨਹੀਂ ਕਰ ਸਕਦੀ, ਪਿੰਡ ਦਾ ਹਰ ਇੱਕ ਨਾਗਰਿਕ ਵੀ ਓਨਾ ਹੀ ਹੱਕ ਰੱਖਦਾ। ਇਸ ਲਈ ਜੇਕਰ ਪਿੰਡਾਂ ਦੇ ਸਮੂਹ ਨਾਗਰਿਕ ਇਕਜੁੱਟ ਹੋ ਕੇ ਗ੍ਰਾਮ ਪੰਚਾਇਤ ਦੇ ਤੌਰ 'ਤੇ ਸਾਹਮਣੇ ਆ ਜਾਣ ਤੇ ਆਪਣੇ ਪਿੰਡ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਇਸ ਗੱਲ 'ਤੇ ਡਟ ਜਾਣ ਕਿ ਨਹੀਂ, ਅਸੀਂ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਨਹੀਂ ਸਰਕਾਰ ਨੂੰ ਜਾਣ ਦੇਣੀਆਂ, ਅਸੀਂ ਆਪਣੇ ਭਾਈਚਾਰੇ ਲਈ, ਉਹਨਾਂ ਦੇ ਰੱਖਾਂ ਲਈ, ਉਹਨਾਂ ਦੇ ਹੱਕਾਂ ਲਈ ਤੇ ਇੱਥੋਂ ਤੱਕ ਕਿ ਪਿੰਡ ਦੇ ਵਿਕਾਸ ਲਈ ਆਪਣੀ ਜ਼ਮੀਨ ਨਹੀਂ ਖੋਣ ਦੇਵਾਂਗੇ, ਤਾਂ ਸਾਰਾ ਕੁਝ ਸੰਭਵ। ਪੰਚਾਇਤਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਸਿਰਫ ਸਰਕਾਰੀ ਨੁਮਾਇੰਦਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੌਕੇ ਦੇ ਐਮਐਲਏ ਅਫਸਰਾਂ ਦੇ ਹੱਥਾਂ ਵਿੱਚ ਨਹੀਂ ਵਿਕ ਜਾਣਾ ਚਾਹੀਦਾ। ਸੋ ਕਿਤੇ ਨਾ ਕਿਤੇ ਪੰਚਾਇਤਾਂ ਦਾ, ਪਿੰਡ ਵਾਸੀਆਂ ਦਾ ਹੁਣ ਵੱਡੇ ਪੱਧਰ ਤੇ ਸਾਹਮਣਾ ਹੋਏਗਾ। ਸੋ ਇਸ ਲਈ ਵੱਡੀ ਚਿੰਤਾ, ਇਸ ਚਿੰਤਾ ਦੇ ਵਿੱਚ ਪੰਜਾਬ ਦੇ ਪਿੰਡ ਫਸੇ ਨੇ ਤੇ ਪੰਜਾਬ ਦੇ ਪਿੰਡਾਂ ਤੋਂ ਆਸ ਕਰਦੇ ਹਾਂ ਕਿ ਤੁਹਾਤੋਂ ਵੀ ਹੱਕ ਸੱਚ ਦੀ ਆਵਾਜ਼ ਉੱਠੇਗੀ ਤੇ ਆਪਣੇ ਪਿੰਡ ਲਈ, ਆਪਣੇ ਪਿੰਡ ਦੇ ਕਾਮਿਆਂ ਲਈ, ਰਾਖੀ ਲਈ ਤੁਸੀਂ ਸਾਹਮਣੇ ਆਓਗੇ। ਸੋ ਉਹਨਾਂ ਮਸਲਿਆਂ ਤੇ ਚਰਚਾ ਕਰਨ ਲਈ ਅਸੀਂ ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।